हाँ जी, हेलो एवरीबॉडी। सो फाइनली मोस्ट अवेटेड एक्साइज इंस्पैक्टर ਦਾ ਪੇਪਰ 31 ਮਈ ਨੂੰ ਕੰਡਕਟ ਹੋ ਚੁੱਕਿਆ ਹੈ। ਅੱਜ ਦੀ ਜਿਹੜੀ ਮੇਨ ਆਪਣੀ ਕਲਾਸ ਹੈਗੀ ਹੈ ਉਹ ਆਪਾਂ ਡਿਸਕਸ ਕਰਨੇ ਹੈ ਕਿ ਕਿਸ ਟਾਈਪ ਦੇ ਕੁਐਸਚਨਸ ਪੁੱਛੇ ਗਏ ਤੇ ਅੱਗੇ ਲਈ ਵੇ ਫਾਰਵਰਡ ਕਿ ਆਉਣ ਵਾਲੇ ਪੇਪਰਾਂ ਲਈ ਕਿ PSSB ਕੀ ਪੈਟਰਨ ਰੱਖਣ ਵਾਲੀ ਹੈ, ਕਿ ਉਹਨਾਂ ਨੇ ਪੈਟਰਨ ਚੇਂਜਸ ਕੀਤੇ ਤੇ ਕੀ ਲੈਵਲ 'ਚ ਕੀ ਤਬਦੀਲੀ ਹੋਈ ਹੈ। ਸੋ ਆਪਾਂ ਸ਼ੁਰੂ ਕਰਾਂਗੇ ਪੰਜਾਬ ਜੀਕੇ ਦੇ ਕੁਐਸਚਨਸ ਨਾਲ। ਪਹਿਲਾ ਕੁਐਸਚਨ ਜਦੋਂ ਆਪਾਂ ਦੇਖਦੇ ਹਾਂ, ਦੀ ਡਿਪਲੋਮੈਟਿਕ ਮਿਸ਼ਨ ਆਫ ਚਾਰਲਸ ਮੈਟਕਾਫ ਟੂ ਲਾਹੌਰ ਇਨ 1808-09 ਵਾਜ਼ ਮੇਨਲੀ ਇੰਟੈਂਡਡ ਟੂ 1808-09 ਵਿੱਚ ਲਾਹੌਰ ਬਾਰੇ ਚਾਰਲਸ ਮੈਟਕਾਫ ਦੀ ਕੂਟਨੀਤਕ ਮੁਹਿੰਮ ਦਾ ਮੁੱਖ ਉਦੇਸ਼ ਕੀ ਸੀ। ਸੋ ਪਹਿਲਾਂ ਤਾਂ ਜੇ ਆਪਾਂ ਕੁਐਸਚਨ ਦੀ ਗੱਲ ਕਰੀਏ ਤਾਂ ਜੇ ਮੈਂ ਗੱਲ ਕਰਾਂ, ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਪੁਰਾਣੇ PYQs ਜਾਂ ਜਿੰਨੇ ਵੀ ਆਪਾਂ ਡਿਸਕਸ ਕੀਤੇ, ਸੋ ਉਸ ਕੇਸ 'ਚ ਆਪਾਂ ਦੇਖਦੇ ਹਾਂ ਕਿ ਪੁੱਛਿਆ ਜਾਂਦਾ ਕਿ ਜੋ ਚਾਰਲਸ ਮੈਟਕਾਫ ਹੈ ਉਹਦੀ ਕੰਟਰੀਬਿਊਸ਼ਨ ਕੀ ਹੈ, ਜਾਂ ਆਪਾਂ ਕਹਿ ਦਿੰਦੇ ਹਾਂ ਫੋਰ ਐਗਜ਼ਾਮਪਲ ਜਿਵੇਂ ਲਿਬਰੇਟਰ ਆਫ ਇੰਡੀਅਨ ਪ੍ਰੈਸ ਹੋ ਗਿਆ, ਜਾਂ ਜਿਵੇਂ ਲਾਰਡ ਰਿਪਨ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਹੀ ਵਾਜ਼ ਦੀ ਲਾਰਡ ਆਫ ਸੈਲਫ ਗਵਰਨਮੈਂਟ ਜਾਂ ਲਾਰਡ ਆਫ ਲੋਕਲ ਸੈਲਫ ਗਵਰਨਮੈਂਟ। ਸੋ ਇਸ ਵਾਰੀ ਆਪਾਂ ਇੱਕ ਥੋੜਾ ਚੇਂਜਡ ਪੈਟਰਨ ਦੇਖਿਆ ਕਿ ਜਿਹੜਾ ਬੋਰਡ ਹੈ ਉਹ ਕੁਐਸਚਨਸ ਪੁੱਛ ਰਿਹਾ ਔਨ ਵਾਈ। ਫੋਰ ਐਗਜ਼ਾਮਪਲ ਹੁਣ ਉਹਨਾਂ ਨੇ ਇੱਥੇ ਪੁੱਛਿਆ ਕਿ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਚਾਰਲਸ ਮੈਟਕਾਫ ਦੀ ਕੰਟਰੀਬਿਊਸ਼ਨ ਕੀ ਹੈ ਜਾਂ ਉਹਨੂੰ ਕੀ ਟਾਈਟਲ ਦਿੱਤਾ ਗਿਆ। ਹੁਣ ਉਹਨੇ ਪੁੱਛਿਆ ਕਿ ਜੋ ਉਸ ਟਾਈਮ ਦੀ ਪੋਲੀਟੀਕਲ ਨੈਸੈਸਿਟੀ ਸੀ ਜਾਂ ਪੋਲੀਟੀਕਲ ਕੰਡੀਸ਼ਨ ਸੀ, ਉਸ ਟਾਈਮ ਤੇ ਚਾਰਲਸ ਮੈਟਕਾਫ ਦੀ 1808 ਵਿੱਚ ਲਾਹੌਰ ਆਉਣ ਦੀ ਕੀ ਰੀਜ਼ਨ ਸੀ, ਉਹਦੀ ਕੀ ਸਿਆਸਤ ਸੀ। ਸੋ ਆਪਾਂ ਇਸ ਚੀਜ਼ 'ਚ ਉਰੇ ਧਿਆਨ ਇਹ ਚੀਜ਼ ਹੁਣ ਰੱਖਣੀ ਹੈ ਕਿ ਜਿਹੜਾ ਬੋਰਡ ਹੈ ਉਹ ਵੈਨ ਹਾਊ ਇਹਨਾਂ ਚੀਜ਼ਾਂ ਤੋਂ ਵੱਧ ਕੇ ਵਾਈ ਤੱਕ ਜਾ ਰਿਹਾ ਹੈ। ਠੀਕ ਹੈ, ਸੋ ਹੁਣ ਨੀਡ ਆਫ ਦੀ ਆਰ ਹੈਗੀ ਹੈ ਕਿ ਆਪਾਂ ਕਨਸੈਪਟਸ ਨੂੰ ਐਜ਼ ਕਨਸੈਪਟਸ ਪੜ੍ਹੀਏ ਰਾਦਰ ਦੈਨ ਫੈਕਟਸ ਕ੍ਰੈਮ ਕਰਨ ਪਿੱਛੇ ਜਿਹੜਾ ਬਹੁਤਾ ਫੈਕਚੁਅਲ ਪੇਪਰ ਨਹੀਂ ਦੇਖਿਆ ਗਿਆ। ਸੋ ਇਸ ਲਈ ਕਈ ਲੋਕ ਕਹਿ ਰਹੇ ਕਿ ਪੇਪਰ ਡਿਫਿਕਲਟ ਸੀ ਜਾਂ ਸਟਫ ਲਾਈਕ ਦੈਟ, ਪਰ ਜੇ ਦੇਖਿਆ ਜਾਏ ਤਾਂ ਜਿਸ ਕੈਂਡੀਡੇਟ ਨੇ ਮਤਲਬ ਵੈਰੀ ਵੈਲ ਹੀ ਔਰ ਸ਼ੀ ਇਜ਼ ਵਰਸਡ ਵਿਦ ਦ ਕਨਸੈਪਟਸ ਕਿ ਕੋਈ ਵੀ ਕਨਸੈਪਟ ਹੈ ਮਾਡਰਨ ਹਿਸਟਰੀ ਦਾ, ਉਸ ਪਾਰਟੀ ਦੀ ਫਾਰਮੇਸ਼ਨ ਪਿੱਛੇ ਕੀ ਕਾਰਨ ਹੈ, ਸੋ ਉਸ ਹਿਸਾਬ ਨਾਲ ਜਿਸ ਬੰਦੇ ਨੇ ਜਾਂ ਜਿਹਨੇ ਵੀ ਉਸ ਕਨਸੈਪਟ ਨੂੰ ਚੰਗੀ ਤਰ੍ਹਾਂ ਉਹਦੀ ਵਾਏ ਤੱਕ ਜਾ ਕੇ ਤਿਆਰੀ ਕੀਤੀ ਹੈ ਤਾਂ ਉਹਦੇ ਹਿਸਾਬ ਨਾਲ ਦੀ ਕੁਐਸਚਨਸ ਆਰ ਪ੍ਰੀਟੀ ਮਚ ਡੂਏਬਲ। ਸੋ ਦੇਖੋ, the diplomatic mission of Charles Metcalfe to Lahore in 1808-09 was mainly intended to, so ਇਹਦਾ ਜਿਹੜਾ PSSB ਨੇ ਆਨਸਰ ਕੀ ਕੱਢੀ ਹੈ, ਸੋ ਉਹਦੇ ਅਕੋਰਡਿੰਗ ਇਹਦਾ ਆਨਸਰ ਬਣਦਾ ਹੈ ਆਪਸ਼ਨ A। ਸੋ ਇਹਦਾ ਬੇਸਿਕਲੀ ਜੇ ਆਪਾਂ ਇਹਦੇ ਬੈਕਗਰਾਊਂਡ ਦੀ ਗੱਲ ਕਰੀਏ ਤਾਂ ਅਰਲੀ 19th ਸੈਂਚੁਰੀ 'ਚ ਆਪਾਂ ਦੇਖਦੇ ਹਾਂ ਕਿ ਨਪੋਲੀਅਨ ਬੋਨਾਪਾਰਟ ਦਾ ਰਾਈਜ਼ ਹੁੰਦਾ ਹੈ ਜੋ ਕਿ ਫ੍ਰੈਂਚ ਸੀ, ਤੇ ਅਕੋਰਡਿੰਗਲੀ ਉਹ ਰਸ਼ੀਆ ਦੇ ਜ਼ਾਰ ਅਲੈਗਜ਼ੈਂਡਰ I ਨੂੰ ਮਿਲਦਾ ਹੈ ਤੇ ਉਹਨਾਂ ਦੋਨਾਂ 'ਚ ਇੱਕ ਟਰੀਟੀ ਹੁੰਦੀ ਹੈ ਜਿਹਨੂੰ ਕਹਿ ਦਿੱਤਾ ਜਾਂਦਾ ਟਰੀਟੀ ਆਫ ਤਿਲਸਿਤ। ਸੋ ਉਹਦੇ ਚੱਲਦੇ ਜਿਹੜੇ ਬ੍ਰਿਟਿਸ਼ਰਸ ਸੀਗੇ ਉਹ ਥੋੜੇ ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਜੇ ਫ੍ਰੈਂਚ ਤੇ ਰਸ਼ੀਅਨਸ ਆਪਸ 'ਚ ਟਰੀਟੀ ਉਹਨਾਂ ਦੀ ਬਣ ਗਈ ਤੇ ਕਿਤੇ ਉਹ ਥਰੂ ਨਾਰਥ ਵੈਸਟ ਇੰਡੀਆ ਨੂੰ ਇਨਵੇਡ ਨਾ ਕਰਨ। ਸੋ ਕਿਉਂਕਿ ਪੰਜਾਬ ਇੱਕ ਬਾਰਡਰ ਰੀਜਨ ਸੀਗਾ ਹਿੰਦੁਸਤਾਨ ਦਾ, ਸੋ ਉਹਦੇ ਚੱਲਦੇ ਜਿਹੜੇ ਚਾਰਲਸ ਮੈਟਕਾਫ ਸੀਗੇ ਉਹ ਡਿਪਲੋਮੈਟਿਕ ਮਿਸ਼ਨ ਲੈ ਕੇ ਆਏ 1808-1809 ਤੇ ਇਹਦੇ ਚੱਲਦੇ ਹੀ ਆਪਾਂ ਵਨ ਆਫ ਰਿਜ਼ਲਟਸ ਦੇਖਦੇ ਹਾਂ ਟਰੀਟੀ ਆਫ ਅੰਮ੍ਰਿਤਸਰ, ਜਿਹੜੀ ਬ੍ਰਿਟਿਸ਼ਰਸ ਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਹੁੰਦੀ ਹੈ, ਜਿਹੜੀ ਸਤਲੁਜ ਦੀ ਡਿਵੀਜ਼ਨਸ ਬਾਰੇ ਗੱਲ ਕਰਦੀ ਹੈ। ਸਤਲੁਜ, ਟ੍ਰਾਂਸ ਸਤਲੁਜ ਆਪਾਂ ਆਪਣੇ ਲੈਕਚਰਸ ਕੀਤਾ ਹੈ। ਸੋ ਅਕੋਰਡਿੰਗਲੀ ਸੋ ਆਪਸ਼ਨ A ਇਜ਼ ਦਾ ਕਰੈਕਟ ਆਂਸਰ। ਹੁਣ ਨੈਕਸਟ ਆਪਾਂ ਦੇਖਦੇ ਹਾਂ, ਇਨ ਮਹਾਰਾਜਾ ਰਣਜੀਤ ਸਿੰਘ's ਐਡਮਿਨਿਸਟ੍ਰੇਟਿਵ ਸਿਸਟਮ ਦ ਟਰਮ ਕਾਰਦਾਰਸ ਰੈਫਰਡ ਟੂ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਕਾਰਦਾਰ ਸ਼ਬਦ ਕਿਸ ਲਈ ਵਰਤਿਆ ਜਾਂਦਾ ਹੈ। ਸੋ ਇਹਦਾ ਕਰੈਕਟ ਆਂਸਰ ਹੈਗਾ D, ਪ੍ਰੋਵਿੰਸ਼ੀਅਲ ਰੈਵਨਿਊ ਐਂਡ ਐਡਮਿਨਿਸਟ੍ਰੇਟਿਵ ਆਫਿਸਰਸ। ਤਾਂ ਜਦੋਂ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਜਾਂ ਪ੍ਰੋਵਿੰਸ਼ੀਅਲ ਸੈਟਅਪ ਦੀ ਗੱਲ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹ ਸੈਟਅਪ ਕੀ ਸੀ, ਸੂਬਾ, ਫਿਰ ਥੱਲੇ
परगना ਤੇ ਫਿਰ ਥੱਲੇ ਹੁਣ ਤੇ ਅਕੋਰਡਿੰਗਲੀ ਇਹਨਾਂ ਨੂੰ ਜਿਹੜੇ ਮੇਨ ਆਫੀਸਰ ਸੂਬਾ ਲਈ ਅਪਾਇੰਟਡ ਸੀ ਉਹ ਸੀਗੇ ਨਿਜ਼ਾਮ। ਪਰਗਨਾ ਲਈ ਆਪਾਂ ਦੇਖਦੇ ਹਾਂ ਕਾਰਦਾਸ ਤੇ ਮੋਜ਼ਾ ਲਈ ਆਪਾਂ ਦੇਖਦੇ ਹਾਂ ਚੌਧਰੀ। ਠੀਕ ਹੈ, ਸੋ ਇਹ ਡਾਇਰੈਕਟ ਵੈਰੀ ਸਟੈਟਿਕ ਕੁਐਸਚਨ ਸੀ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਐਡਮਿਨਿਸਟ੍ਰੇਸ਼ਨ 'ਚ ਜਿਹੜੇ ਆਫਿਸਰਸ ਕੰਮ ਕਰਦੇ ਸੀ ਉਹਨਾਂ ਲਈ ਇੱਕ ਸਪੈਸੀਫਿਕ ਟਰਮ ਵਰਤੀ ਜਾਂਦੀ ਹੈ ਜਿਹੜੀ ਕਿ ਹੈ ਕਾਰਦਾਰ। ਸੋ ਦਿਸ ਇਜ਼ ਦੀ ਰਾਈਟ ਆਂਸਰ। ਹੁਣ who was the court chronicler of ਮਹਾਰਾਜਾ ਰਣਜੀਤ ਸਿੰਘ? ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਕੌਣ ਸੀ? ਹੁਣ ਇਹ ਥੋੜਾ ਕੰਟਰੋਵਰਸ਼ੀਅਲ ਕੁਐਸਚਨ ਕਿਹਾ ਜਾ ਰਿਹਾ ਹੈ ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਆਪਾਂ ਫਕੀਰ ਅਜ਼ੀਜ਼ੁਦੀਨ ਦੀ ਗੱਲ ਕਰਦੇ ਹਾਂ ਉਹਨਾਂ ਬਾਰੇ ਆਪਾਂ ਪੜ੍ਹਿਆ ਕਿ ਉਹ ਸੀਗੇ ਫੋਰਨ ਮਿਨਿਸਟਰ। ਨੈਕਸਟ ਦੀਵਾਨ ਮੋਕਮ ਚੰਦ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਆਪਾਂ ਦੇਖਦੇ ਹਾਂ ਐਜ਼ ਐਨ ਆਰਕੀਟੈਕਟ ਆਫ ਦੀ ਆਰਮੀ। ਮਤਲਬ ਆਰਕੀਟੈਕਟ ਆਫ ਦੀ ਆਰਮੀ ਇਸ ਗੱਲ ਤੋਂ ਕੀ ਮਤਲਬ ਹੈ ਕਿ ਉਹਨਾਂ ਨੇ ਜਿਹੜੀ ਟ੍ਰੈਡੀਸ਼ਨਲ ਕੈਵਲਰੀ ਸੀ ਜਾਂ ਜਿਹੜੇ ਫੁੱਟ ਸੋਲਜਰਸ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਹਾਂ ਉਹਨਾਂ ਤੋਂ ਹਟ ਕੇ ਥੋੜੀ ਜਿਹੀ ਮਾਡਰਨਾਈਜ਼ਡ ਮੈਕਨਾਈਜ਼ਡ ਆਰਮੀ ਬਣਾਉਣ ਤਰਫ ਉਹਨਾਂ ਦੀ ਪਾਲਿਸੀ ਸੀ। ਸੋ ਉਹਨਾਂ ਨੂੰ ਇਸ ਲਈ ਆਰਕੀਟੈਕਟ ਆਫ ਦੀ ਆਰਮੀ ਕਹਿ ਦਿੱਤਾ ਜਾਂਦਾ। ਤੇ ਹਰੀ ਸਿੰਘ ਨਲੂਆ ਤਾਂ ਆਪਣੇ ਆਪ 'ਚ ਹੀ ਵਾਸ ਦੀ ਕਮਾਂਡਰ ਇਨ ਚੀਫ। ਸੋ ਜੇ ਗੱਲ ਕਰੀਏ ਐਲੀਮੀਨੇਸ਼ਨ ਟੈਕਨੀਕ ਦੀ ਵੀ ਤਾਂ ਜਿਹੜੇ 3 ਨਾਮਸ ਨੇ ਐਕਸੈਪਟ ਸੋਹਨ ਲਾਲ ਸੂਰੀ ਇਹ ਬਹੁਤ ਫੇਮਸ ਨਾਮ ਨੇ ਤੇ ਡੈਫੀਨੇਟਲੀ ਆਪਾਂ ਸਟੈਟਿਕ ਪੋਰਸ਼ਨ 'ਚ ਇਹਨਾਂ ਨੂੰ ਪੜ੍ਹਦੇ ਹੀ ਪੜ੍ਹਦੇ ਹਾਂ। ਤੋ ਐਲੀਮੀਨੇਸ਼ਨ ਦੇ ਹਿਸਾਬ ਨਾਲ ਵੀ ਸੋਹਨ ਲਾਲ ਸੂਰੀ ਆਨਸਰ ਬਣਦਾ ਹੈ ਪਰ ਐਜ਼ ਪਰ PSSB ਨੇ ਜਿਹੜੀ ਆਨਸਰ ਕੀ ਆਫੀਸ਼ੀਅਲੀ ਕੱਢੀ ਹੈ ਉਹਦਾ ਹੈ ਉਹਦੇ ਅਕੋਰਡਿੰਗ ਆਨਸਰ ਹੈ ਦੀਵਾਨ ਮੋਕਮ ਚੰਦ। ਸੋ ਫॉर ਦੀ ਟਾਈਮ ਬਿੰਗ ਇਹਨੂੰ ਤੁਸੀਂ ਕੁਐਸਚਨ ਨੂੰ ਹੋਲਡ ਤੇ ਰੱਖੋ। ਸੋ ਅਕੋਰਡਿੰਗਲੀ ਜੋ ਵੀ ਆਬਜੈਕਸ਼ਨ ਪਾਈ ਜਾਏਗੀ ਆਫੀਸ਼ੀਅਲੀ ਉਹ ਆਪਾਂ ਅੱਗੇ ਦੇਖਦੇ ਹਾਂ ਕਿ ਇਸ ਕੁਐਸਚਨ ਬਾਰੇ ਕੀ ਡਿਸੀਜਨ ਅਪਹੋਲਡ ਹੁੰਦਾ ਹੈ। ਨੈਕਸਟ which of the best explains the historical importance of ਰੋਪੜ? ਰੋਪੜ ਦੀ ਇਤਿਹਾਸਿਕ ਮਹੱਤਤਾ ਬਾਰੇ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਭ ਤੋਂ ਸਹੀ ਹੈ? ਤਾਂ ਰੋਪੜ ਆਪਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਗ੍ਹਾ ਪੜ੍ਹਦੇ ਹਾਂ ਵਿਦ ਰਿਸਪੈਕਟ ਟੂ IVC ਇੰਡਸ ਵੈਲੀ ਸਿਵਲਾਈਜੇਸ਼ਨ ਤੇ ਪੰਜਾਬ 'ਚ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਮੋਸਟ ਫੇਮਸ ਹੈ ਉਹ ਰੋਪੜ ਹੀ ਕੰਸੀਡਰ ਕਰੀ ਜਾਂਦੀ ਹੈ। ਸੋ ਆਪਸ਼ਨਸ ਆਪਾਂ ਪੜ੍ਹਦੇ ਹਾਂ। It demonstrates continuous cultural succession from Indus civilization. Option B, Aryan settlements directly replaced Harappan urban centers. Option C, it was the earliest capital of ancient Punjab. Option D, it provides the oldest evidence of Buddhist monastic activity. So, directly, ਇਹਦਾ answer ਬਣਦਾ ਹੈ option A. It demonstrates continuous cultural succession from the Indus civilization. Next up पढ़ते हैं which of the following rivers of Punjab is considered antecedent to the Himalayan uplift? ਪੰਜਾਬ ਦੇ ਕਿਹੜੇ ਦਰਿਆ ਨੂੰ ਹਿਮਾਲਿਆ ਉਥਾਨ ਤੋਂ ਪੁਰਾਣਾ ਪੂਰਵਗਾਮੀ ਮੰਨਿਆ ਜਾਂਦਾ ਹੈ? ਆਪਸ਼ਨ ਹੈ ਘੱਗਰ, ਆਪਸ਼ਨ ਬੀ ਸਤਲੁਜ, ਆਪਸ਼ਨ ਸੀ ਰਾਵੀ, ਆਪਸ਼ਨ ਡੀ ਬੇ। ਹੁਣ ਜੇ ਆਪਾਂ ਗੱਲ ਕਰੀਏ ਕਿ ਉਰੇ ਐਂਟੀਸੀਡੈਂਟ ਟਰਮ ਦੀ ਮੋਸਟਲੀ ਬੱਚਿਆਂ ਨੂੰ ਜੋ ਤੰਗ ਕੀਤਾ ਹੈ ਇਹ ਟੈਕਨੀਕਲ ਟਰਮ ਨੇ ਤੰਗ ਕੀਤਾ ਹੈ ਤਾਂ ਇਹ ਆਪਾਂ ਜੀਓਗ੍ਰਾਫੀ 'ਚ ਵੀ ਪੜ੍ਹਦੇ ਹਾਂ। ਐਂਟੀਸੀਡੈਂਟ ਦਾ ਮਤਲਬ ਹੈ ਦ ਰਿਵਰ which existed before the rise of Himalaya। ਤਾਂ ਇਹਦਾ ਰਾਈਟ ਆਨਸਰ ਹੈਗਾ ਸਤਲੁਜ।
ਅੱਗੇ the decline of the Indus Valley civilization in Punjab is often linked with the drying of which river system? ਪੰਜਾਬ ਵਿੱਚ ਸਿੰਧੂ ਘਾਟੀ ਸਭਿਅਤਾ ਦੇ ਪਤਨ ਨੂੰ ਅਕਸਰ ਕਿਹੜੇ ਦਰਿਆਈ ਮੰਡਲ ਦੇ ਸੁੱਕਣ ਨਾਲ ਜੋੜਿਆ ਜਾਂਦਾ ਹੈ? ਸੋ ਪਹਿਲਾ ਆਪਸ਼ਨ ਆਪਾਂ ਦੇਖਦੇ ਹਾਂ ਇੰਡਸ, ਜੇਲਮ, ਘੱਗਰ, ਹਾਕਰਾ, ਡੀ ਆਪਸ਼ਨ ਚਨਾਬ। ਸੋ ਇਹ ਆਪਾਂ ਬਹੁਤ ਪ੍ਰੋਮੀਨੈਂਟਲੀ IBC 'ਚ ਹੀ ਪੜ੍ਹਦੇ ਹਾਂ ਕਿ IBC ਦਾ ਜਦੋਂ ਆਪਾਂ ਐਵੋਲਿਊਸ਼ਨ ਜਾਂ IBC ਦਾ ਐਂਡ ਤੱਕ ਆਪਾਂ ਪਹੁੰਚਦੇ ਹਾਂ ਤਾਂ ਆਪਾਂ ਪੜ੍ਹਦੇ ਹਾਂ ਕਿ ਡਿਊ ਟੂ ਘੱਗਰ ਹਕਰਾ ਰਿਵਰ, ਜਿਹਨੂੰ ਕਿ ਸਰਸਵਤੀ ਰਿਵਰ ਨਾਲ ਵੀ ਐਸੋਸੀਏਟ ਕਰਿਆ ਜਾਂਦਾ ਹੈ ਕਈ ਵਾਰੀ, ਉਹਦੇ ਸੁੱਕਣ ਨਾਲ IBC ਦਾ ਡਿਕਲਾਈਨ ਐਸੋਸੀਏਟਡ ਹੈ। Next, which Sufi order exercised the earliest and most widespread influence on the religious life of medieval Punjab? So, ਇਹ question ਆਪਾਂ ਦੇਖਦੇ ਹਾਂ Sufism and Bhaktism ਦੇ related. So, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ analysis, question analysis ਆਪਾਂ ਇੱਥੇ ਕਰ ਰਹੇ ਹਾਂ, ਤਾਂ ਜੇ question analysis ਦੀ ਆਪਾਂ ਗੱਲ ਕਰਦੇ ਹਾਂ ਤਾਂ typical Sufism, Bhaktism rather than ਇਹ ਪੁੱਛਣ ਤੋਂ ਵੀ ਇਹ ਜਿਹੜੀ ਬੁੱਕ ਹੈ ਜਾਂ ਇਹ ਵਰਕ ਹੈ ਇਹ ਕਿਹੜੇ ਸੂਫੀ ਸੇਂਟ ਨਾਲ ਐਸੋਸੀਏਟਡ ਹੈ ਜਾਂ ਨਿਰਗੁਣ ਸੇਂਟ ਹੈ ਜਾਂ ਭਗਤੀ ਸੇਂਟ ਹੈ, ਉਹਨਾਂ ਤੋਂ ਹਟ ਕੇ ਹੁਣ ਆਰਡਰਸ ਤੇ ਪੁੱਛੀ ਗਈ ਹੈ, ਉਹ ਪੁੱਛਿਆ ਗਿਆ ਹੈ ਕੁਐਸਚਨ। ਠੀਕ ਹੈ, ਸੋ ਕਿਹੜੇ ਸੂਫੀ ਸਿਲਸਿਲੇ ਨੇ ਮੱਧਕਾਲੀਨ ਪੰਜਾਬ ਦੇ ਧਾਰਮਿਕ ਜੀਵਨ ਤੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਵਿਆਪਕ ਪ੍ਰਭਾਵ ਪਾਇਆ? ਪਹਿਲਾ ਆਪਸ਼ਨ ਹੈਗਾ ਸੌਰਾਵਰਦੀ, B ਆਪਸ਼ਨ ਇਜ਼ ਚਿਸ਼ਤੀ, C ਆਪਸ਼ਨ ਇਜ਼ ਕਾਦਰੀ, D ਆਪਸ਼ਨ ਇਜ਼ ਨਕਸ਼ਬੰਦੀ। ਸੋ ਇਹਦਾ ਕਰੈਕਟ ਆਨਸਰ ਹੈਗਾ ਚਿਸ਼ਤੀ। ਜਿਹੜਾ ਚਿਸ਼ਤੀ ਹੈ, ਚਿਸ਼ਤੀ ਆਰਡਰ ਦੀ ਆਪਾਂ ਗੱਲ ਕਰੀਏ ਤਾਂ ਜਦੋਂ ਇੰਡੀਆ 'ਚ ਇਹ ਆਉਂਦਾ ਹੈ, ਇੰਡੀਆ 'ਚ ਪਹਿਲਾ ਸਟਾਪ ਇਹਦਾ ਲੱਗਦਾ ਹੈ ਲਾਹੌਰ, ਉਸ ਤੋਂ ਬਾਅਦ ਇਹਨੂੰ ਦੇਖਿਆ ਜਾਂਦਾ ਹੈ ਅਜਮੇਰ ਤੇ ਦਿੱਲੀ ਵਿੱਚ। ਸੋ ਅਕੋਰਡਿੰਗਲੀ ਆਪਾਂ ਇਹ ਦੇਖਦੇ ਹਾਂ ਕਿ ਮੈਡੀਵਲ ਪੰਜਾਬ ਵਿੱਚ ਚਿਸ਼ਤੀ ਆਰਡਰ ਇੱਕ ਪਹਿਲਾ ਸੂਫੀ ਆਰਡਰ ਸੀ ਜਿਹਦਾ ਇਨਫਲੂਐਂਸ ਦੇਖਿਆ ਜਾਂਦਾ ਹੈ। ਨੈਕਸਟ ਇਜ਼ the famous Punjabi Sufi poet Bulle Shah was a disciple of which spiritual guide? ਤਾਂ ਜਦੋਂ ਆਪਾਂ ਪੰਜਾਬੀ ਲਿਟਰੇਚਰ ਪੜ੍ਹਦੇ ਹਾਂ ਪੰਜਾਬ GK ਵਿੱਚ, ਸੋ ਅਕੋਰਡਿੰਗਲੀ ਬੁੱਲੇ ਸ਼ਾਹ the very famous poet and author ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਟੋਟਲੀ ਫੈਕਚੁਅਲ ਕੁਐਸਚਨ ਸੀ ਜਿਹੜਾ ਉਹਨਾਂ ਨੇ ਪੁੱਛਿਆ। ਤਾਂ ਜੇ ਆਪਾਂ ਉਹਨਾਂ ਦੇ ਸਪਿਰਿਚੁਅਲ, ਉਹ ਕਾਦਰੀ ਸਿਲਸਿਲੇ ਤੋਂ ਬਿਲੋਂਗ ਕਰਦੇ ਸੀਗੇ, ਸੋ ਇਹਦਾ ਆਨਸਰ ਹੈ B ਇਨਾਇਤ ਸ਼ਾਹ ਕਾਦਰੀ। Next ਹੈ the inclusion of hymns of saints like Kabir and Ravidas in Guru Granth Sahib demonstrates? ਹੁਣ ਅਗੇਨ ਪੈਟਰਨ ਐਨਾਲਿਸਿਸ ਦੀ ਜੇ ਮੈਂ ਗੱਲ ਕਰਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਪਹਿਲਾਂ PYQs 'ਚ ਆਪਾਂ ਨੇ ਦੇਖਿਆ ਕਿ ਫੋਰ ਐਗਜ਼ਾਮਪਲ ਕੁਐਸਚਨ ਆਇਆ ਸੀ ਕਿ ਬਾਬਾ ਫਰੀਦ ਸੀਗੇ ਜਿਹੜੇ, ਉਹਨਾਂ ਦੇ ਕਿੰਨੀਆਂ ਹਿਮਸ ਗੁਰੂ ਗ੍ਰੰਥ ਸਾਹਿਬ 'ਚ ਇਨਕਲੂਡਡ ਨੇ। ਲਾਈਨ ਉਸੀ ਲਾਈਨ ਤੇ ਕੁਐਸਚਨ ਇਹ ਬਣਾਇਆ ਗਿਆ, ਬਟ ਦ ਪੁਆਇੰਟ ਇਜ਼ ਹੁਣ ਪੁੱਛਿਆ ਗਿਆ ਹਿਮਸ ਤਾਂ ਇਨਕਲੂਡਡ ਨੇ ਗੁਰੂ ਗ੍ਰੰਥ ਸਾਹਿਬ 'ਚ, ਇਹ ਸਾਨੂੰ ਪਤਾ ਹੈ। ਉਸ ਤੋਂ ਬਾਅਦ ਇਹਦਾ ਰੀਜ਼ਨ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਆਪਣੇ 10, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ 'ਚ 6 ਗੁਰੂਆਂ ਦੀ ਬਾਣੀ ਦਰਜ ਹੈ, ਪਰ ਅਕੋਰਡਿੰਗਲੀ ਆਪਾਂ ਦੇਖਦੇ ਹਾਂ ਕਿ ਉਹਦੇ 'ਚ ਉਹਨਾਂ 'ਚ ਭਗਤਾਂ ਦੀ ਬਾਣੀ ਵੀ ਇਨਕਲੂਡਡ ਹੈ, ਭੱਟਾਂ ਦੀ ਬਾਣੀ ਵੀ ਇਨਕਲੂਡਡ ਹੈ। ਸੋ ਉਸ ਕੇਸ 'ਚ ਜਦੋਂ ਆਪਾਂ ਗੱਲ ਕਰਦੇ ਤਾਂ ਆਪਾਂ ਵਾਏ ਪੁੱਛ ਰਹੇ ਹਾਂ ਇਸ ਕੁਐਸਚਨ ਦੇ ਥਰੂ। ਸੋ ਅਕੋਰਡਿੰਗਲੀ ਆਪਾਂ ਦੇਖਦੇ ਹਾਂ ਜਿਹੜਾ ਪਹਿਲਾ ਆਪਸ਼ਨ ਦਿੱਤਾ ਹੋਇਆ ਲਿੰਗੁਇਸਟਿਕ ਯੂਨੀਫਾਰਮਿਟੀ, ਭਾਸ਼ਾਈ ਇਕਸਾਰਤਾ, B ਇਜ਼ ਸੈਕਟੇਰੀਅਨ ਐਕਸਕਲੂਸਿਵਨੈਸ, ਫਿਰਕਾ ਪ੍ਰਸਤੀ ਵਿਸ਼ੇਸ਼ਤਾ, C ਆਪਾਂ ਦੇਖਦੇ ਹਾਂ ਯੂਨੀਵਰਸਲ ਸਪਿਰਿਚੁਅਲ ਆਊਟਲੁੱਕ, ਸਰਵ ਵਿਆਪੀ ਅਧਿਆਤਮਿਕ ਦ੍ਰਿਸ਼ਟੀਕੋਣ, D ਆਪਾਂ ਦੇਖਦੇ ਹਾਂ ਮੁਗਲ ਇਨਫਲੂਐਂਸ ਔਨ ਸਿੱਖੀਜ਼ਮ, ਸਿੱਖ ਧਰਮ ਤੇ ਮੁਗਲ ਪ੍ਰਭਾਵ। ਹੁਣ ਇਹਦਾ ਕਰੈਕਟ ਆਪਸ਼ਨ ਬਣਦਾ ਹੈ C ਯੂਨੀਵਰਸਲ ਸਪਿਰਿਚੁਅਲ ਆਊਟਲੁੱਕ। ਹੁਣ ਜੇ ਮੈਂ ਇਸ ਆਪਸ਼ਨ ਨੂੰ ਐਕਸਪਲੇਨ ਕਰਨ ਦੀ ਗੱਲ ਕਰਾਂ ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਖੀਜ਼ਮ ਦੀ ਨੀਂਹ ਰੱਖੀ ਤਾਂ ਉਹ ਨੀਂਹ ਸਿਰਫ ਇੱਕ ਜਿਹੜਾ ਮੇਨ ਕੋਰ ਹੈ ਸਿੱਖੀਜ਼ਮ ਦਾ, ਜਿਹੜਾ ਮੇਨ ਪ੍ਰਿੰਸੀਪਲ ਹੈ ਉਹ ਹੈਗਾ ਇੱਕ ਓਂਕਾਰ। ਉਹ ਹਮੇਸ਼ਾ ਗੱਲ ਕਰਦੇ ਹੈ ਕਿ ਪੂਰੇ ਸੰਸਾਰ ਵਿੱਚ, ਪੂਰੀ ਧਰਤੀ, ਪੂਰਾ ਯੂਨੀਵਰਸ ਇੱਕ
ਮਤਲਬ ਵਨਨੈਸ ਦੇ ਨਾਲ ਚੱਲ ਰਿਹਾ ਹੈ। ਇੱਕ ਫੇਥ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਵਨ ਗੋਡ ਦੀ ਗੱਲ ਕਰਦੇ ਹਾਂ, ਤਾਂ ਜਿਹੜੀ ਵਨਨੈਸ ਹੈ ਉਹ ਯੂਨੀਵਰਸਲ ਹੈ। ਸੋ ਉਸੀ ਆਧਾਰ ਤੇ ਜਦੋਂ ਆਪਾਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਇੱਦਾਂ ਨਹੀਂ ਕੀਤਾ ਕਿ ਸਿਰਫ ਜਿਹੜੇ ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਦਰਜ ਹੈ, ਸਿਰਫ ਇਕੱਲੇ ਗੁਰੂ ਸਾਹਿਬਾਨਾਂ ਦੀਆਂ ਨਹੀਂ, ਪਰ ਜਿਹੜੇ ਹੋਰ ਵੀ ਮਹਾਨ ਕਵੀ ਹੋਏ ਨੇ, ਭਗਤ ਹੋਏ ਨੇ, ਭੱਟ ਹੋਏ ਨੇ, ਉਹਨਾਂ ਦੀ ਬਾਣੀ ਵੀ ਜ਼ਰੂਰ ਦਰਜ ਹੋਣੀ ਚਾਹੀਦੀ ਹੈ, ਕਿਉਂਕਿ ਉਹ ਹਮੇਸ਼ਾ ਇਹ ਦਰਸਾਉਂਦਾ ਹੈ ਕਿ ਜਿਹੜਾ ਸਿੱਖ ਫੇਥ ਹੈ ਜਾਂ ਸਿੱਖ ਧਰਮ ਹੈ ਉਹ ਕਿਸੇ ਤਰੀਕੇ ਦੀ ਹੀਨ ਭਾਵਨਾ ਕਿਸੇ ਤਰਫ ਨਹੀਂ ਪ੍ਰਗਟਾਉਂਦਾ। ਜਿਹੜੀਆਂ ਵੀ ਚੰਗੀਆਂ ਚੀਜ਼ਾਂ ਡਿਫਰੈਂਟ ਫੇਥਸ ਤੋਂ ਆਪਾਂ ਨੂੰ ਮਿਲਦੀਆਂ ਉਹ ਆਪਾਂ ਪ੍ਰਮੋਟ ਕਰਨੀ ਹੈ ਤੇ ਸਿੱਖੀਜ਼ਮ ਨੂੰ ਉਹਦੇ ਨਾਲ ਨਾਲ ਤੋਰਨਾ ਹੈ। ਸੋ ਅਕੋਰਡਿੰਗਲੀ ਸੀ ਆਪਾਂ ਦੇਖਦੇ ਹਾਂ ਯੂਨੀਵਰਸਲ ਸਪਿਰਿਚੁਅਲ ਆਊਟਲੁੱਕ। ਅਗਲਾ ਹੈ ਦ ਟਾਈਟਲ ਸੱਚਾ ਪਾਤਸ਼ਾਹ ਅਡੋਪਟਡ ਬਾय ਸਿੱਖ ਗੁਰੂਜ਼ ਇਨਡਾਇਰੈਕਟਲੀ ਚੈਲੰਜਡ। ਸੱਚਾ ਪਾਤਸ਼ਾਹ ਦਾ ਕਿਤਾਬ ਅਸਿੱਧੇ ਤੌਰ ਤੇ ਕਿਸ ਨੂੰ ਚੁਣੌਤੀ ਦਿੰਦਾ ਸੀ? ਸੋ ਜੇ ਫੈਕਚੁਅਲ ਪੁਆਇੰਟ ਦੀ ਮੈਂ ਗੱਲ ਕਰਾਂ ਤਾਂ ਸੱਚਾ ਪਾਤਸ਼ਾਹ ਜਿਹੜਾ ਟਾਈਟਲ ਹੈ ਉਹ ਗੁਰੂ ਹਰਗੋਬਿੰਦ ਜੀ ਨਾਲ ਸੰਬੋਧਿਤ ਹੈ, ਪਰ ਇਹਦੇ 'ਚ ਪੁੱਛਿਆ ਗਿਆ ਹੈ ਕਿ ਜਿਹੜਾ ਉਹ ਟਾਈਟਲ ਦਿੱਤਾ ਗਿਆ ਉਹ ਨਹੀਂ ਪੁੱਛਿਆ ਕਿ ਕਿਹਨੂੰ ਦਿੱਤਾ ਗਿਆ, ਇਹ ਪੁੱਛਿਆ ਗਿਆ ਕਿ ਇਸ ਟਾਈਟਲ ਪਿੱਛੇ ਉਹਦਾ ਭਾਵ ਕੀ ਸੀ। ਸੋ ਅਕੋਰਡਿੰਗਲੀ ਆਪਾਂ ਦੇਖਦੇ ਹਾਂ ਆਪਸ਼ਨ ਏ ਦ ਡਿਕਲਾਈਨਿੰਗ ਅਥਾਰਟੀ ਆਫ ਦਿੱਲੀ ਸਲਤਨਤ, ਦਿੱਲੀ ਸਲਤਨਤ ਦੀ ਘਟਦੀ ਸੱਤਾ ਨੂੰ। ਬੀ ਆਪਸ਼ਨ ਹੈ ਦ ਪੋਲੀਟੀਕਲ ਸੋਵਰੈਨਿਟੀ ਐਂਡ ਡਿਵਾਈਨ ਲੈਜੀਟੀਮੇਸੀ ਕਲੇਮਡ ਬਾय ਦ ਮੁਗਲ ਇੰਪਾਇਰ, ਮੁਗਲ ਸਾਮਰਾਜ ਦੀ ਰਾਜਨੀਤਿਕ ਸਰਵੋੱਚਤਾ ਅਤੇ ਬ੍ਰਹਮ ਜਾਇਜ਼ਤਾ ਨੂੰ। ਸੀ ਆਪਸ਼ਨ ਦੀ ਆਰਥੋਡਾਕਸ ਇਨਫਲੂਐਂਸ ਆਫ ਸੈਂਟਰਲ ਏਸ਼ੀਅਨ ਉਲਾਮਾ ਇਨ ਪੰਜਾਬ, ਪੰਜਾਬ ਵਿੱਚ ਮੱਧ ਏਸ਼ੀਆਈ ਉਲੇਮਾ ਨੇ ਦੇ ਕੱਟੜਪੰਥੀ ਪ੍ਰਭਾਵ ਨੂੰ। ਡੀ ਆਪਸ਼ਨ ਦ ਫਿਊਡਲ ਡੋਮੀਨੈਂਸ ਆਫ ਹਿਲ ਰਾਜਪੂਤ ਚੀਫਸ, ਪਹਾੜੀ ਰਾਜਪੂਤ ਮੁਖੀਆਂ ਦੇ ਜਾਗੀਰਦਾਰੀ ਦਬਦਬੇ ਨੂੰ। ਸੋ ਇਹਦਾ ਸਹੀ ਆਪਸ਼ਨ ਆਪਾਂ ਕਰਦੇ ਹਾਂ ਟਿਕ ਆਪਸ਼ਨ ਬੀ। ਇਹਦਾ ਕੀ ਮਤਲਬ ਹੈ? ਮੁਗਲ ਸਾਮਰਾਜ ਦੀ ਰਾਜਨੀਤਿਕ ਸਰਵੋੱਚਤਾ ਅਤੇ ਬ੍ਰਹਮ ਜਾਇਜ਼ਤਾ ਨੂੰ। ਸੋ ਜਦੋਂ ਵੀ ਆਪਾਂ ਮੁਗਲ ਜਾਂ ਦਿੱਲੀ ਸਲਤਨਤ ਦਾ ਕਨਸੈਪਟ ਪੜ੍ਹਦੇ ਆ, ਉਹਨਾਂ 'ਚ ਜਿੰਨੇ ਵੀ ਰਾਜੇ ਸੀਗੇ, ਸੋ ਅਕੋਰਡਿੰਗਲੀ ਉਹਨਾਂ ਦਾ ਇੱਕ ਭਾਵ ਬਹੁਤ ਸੀ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੀ ਪ੍ਰਜਾ ਦੇ ਕਿੰਗ ਤਾਂ ਹੈਗੇ ਹੀ ਹੈ, ਪਰ ਸਾਡੇ ਕੋਲ ਇੱਕ ਡਿਵਾਈਨ ਯਾਨੀ ਕਿ ਇੱਕ ਡਿਵਾਈਨ ਕਿੰਗਸ਼ਿਪ ਦਾ ਭਾਵ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਸੀ ਕਿ ਅੱਲਾ ਦੇ ਮੁਕਾਬਲੇ ਸਾਡੀ ਜਿਹੜੀ ਜਗ੍ਹਾ ਹੈ ਉਹ ਇੱਕ ਸਮਾਨ ਹੈ, ਕਿ ਅਸੀਂ ਆਪਣੀ ਪ੍ਰਜਾ ਦੇ ਅੱਲਾ ਜਾਂ ਖੁਦਾ ਦੇ ਹਿਸਾਬ ਨਾਲ ਚੱਲਦੇ ਹਾਂ। ਸੋ ਉਸ ਚੀਜ਼ ਨੂੰ ਚੈਲੰਜ ਕਰਨ ਲਈ ਸੱਚੇ ਪਾਤਸ਼ਾਹ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹ ਟਾਈਟਲ ਲਿੱਤਾ ਗਿਆ ਸੀ ਕਿ ਜਿਹੜੀ ਪੋਲੀਟੀਕਲ ਸੋਵਰੈਨਿਟੀ ਹੈ ਤੇ ਜਿਹੜੀ ਡਿਵਾਈਨ ਲੈਜੀਟੀਮੇਸੀ ਹੈ, ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕੀਤੀ ਕਿ ਹਮੇਸ਼ਾ ਕਿੰਗਸ਼ਿਪ ਦਾ ਰੂਲ, ਇੱਕ ਹੁੰਦਾ ਕਿੰਗਸ਼ਿਪ ਦਾ ਰੂਲ, ਇੱਕ ਹੁੰਦਾ ਡਿਵਾਈਨ ਕਿੰਗਸ਼ਿਪ, ਕਿ ਜਿਹੜਾ ਰੱਬ ਹੈ ਮੈਂ ਆਪਣੀ ਪ੍ਰਜਾ ਦਾ ਰੱਬ ਹੈ। ਸੋ ਉਸ ਚੀਜ਼ ਨੂੰ ਚੈਲੰਜ ਕਰਨ ਲਈ ਸੱਚੇ ਪਾਤਸ਼ਾਹ ਦੀ ਟਾਈਟਲ ਲਿੱਤਾ ਗਿਆ ਦੁਆਰਾ ਸਿੱਖ ਗੁਰੂ। ਨੈਕਸਟ ਇਜ਼ ਬੁੱਧਿਜ਼ਮ ਸਪਰੈਡ ਰੈਪਿਡਲੀ ਇਨ ਪੰਜਾਬ ਮੇਨਲੀ ਡਿਊ ਟੂ। ਪੰਜਾਬ ਵਿੱਚ ਬੁੱਧ ਧਰਮ ਮੁੱਖ ਤੌਰ ਤੇ ਕਿਸ ਕਾਰਨ ਤੇਜ਼ੀ ਨਾਲ ਫੈਲਿਆ? ਆਪਸ਼ਨ ਏ ਡਿਕਲਾਈਨ ਆਫ ਇੰਡੋ ਰੋਮਨ ਮੈਰੀਟਾਈਮ ਕਾਮਰਸ, ਭਾਰਤ ਰੋਮਨ ਸਮੁੰਦਰੀ ਵਪਾਰ ਦੇ ਪਤਨ ਕਾਰਨ। Option B sustained imperial patronage and integration into trans-regional trade networks. Option C rigid enforcement of Brahmanical orthodoxy by urban guilds, ਸ਼ਹਿਰੀ ਗਿਲਡਾਂ ਦੁਆਰਾ ਬ੍ਰਾਹਮਣਵਾਦੀ ਕੱਟੜਤਾ ਲਾਗੂ ਕਰਨ ਕਾਰਨ। D military expansion of Rajput principalities, ਰਾਜਪੂਤ ਰਿਆਸਤਾਂ ਦੇ ਫੌਜੀ ਵਿਸਤਾਰ ਕਾਰਨ। ਸੋ ਇਹਦਾ ਕਰੈਕਟ ਆਪਸ਼ਨ ਹੈਗਾ C rigid enforcement of Brahmanical orthodoxy by urban guilds। ਤਾਂ ਜਦੋਂ ਵੀ ਆਪਾਂ ਬੁੱਧਿਜ਼ਮ ਐਜ਼ ਅ ਕਨਸੈਪਟ ਪੜ੍ਹਦੇ ਹਾਂ, ਬੁੱਧਿਜ਼ਮ ਦਾ ਕਨਸੈਪਟ ਹੀ ਇਹ ਹੈ ਕਿ ਉਹ ਜਿਹੜੇ ਆਰਥੋਡਾਕਸ ਟ੍ਰੈਡੀਸ਼ਨਲ ਰਿਲੀਜਨਸ ਹੈ ਉਹਨਾਂ ਤੋਂ ਹਟ ਕੇ ਬਣਾਇਆ ਗਿਆ, ਕਿਉਂਕਿ ਜਿਹੜੇ ਆਰਥੋਡਾਕਸ ਟ੍ਰੈਡੀਸ਼ਨਲ ਰਿਲੀਜਨਸ ਹੈ ਉਹਨਾਂ ਦਾ ਕੀ ਮੰਨਣਾ ਸੀ ਕਿ ਉਹਨਾਂ ਨੇ ਸੁਸਾਇਟੀ ਨੂੰ 4-5 ਭਾਗਾਂ 'ਚ ਡਿਵਾਈਡ ਕਰਤਾ, ਜਿਹਦੇ ਵਿੱਚ ਉਹਨਾਂ ਨੇ ਡਿਵਾਈਡ ਕਰਤਾ ਕਿ ਜਿਹੜੇ ਬ੍ਰਾਹਮਣਸ ਹੈ ਉਹਨਾਂ ਦੀ ਟੌਪ ਪੋਜੀਸ਼ਨ ਹੈ, ਉਹ ਸੁਪਰੀਮ ਹੈ, ਉਹ ਸੁਪੀਰੀਅਰ ਹੈ ਸੋਸ਼ਲ ਕਲਾਸ ਵਿੱਚ, ਪਰ ਜਿਹੜੀ ਹੇਠਲੀ ਕਲਾਸ ਹੈ ਸ਼ੂਦਰਾਜ਼ ਹੈ ਉਹ ਅਕੋਰਡਿੰਗਲੀ ਸ਼ੂਦਰਾਜ਼ ਨੂੰ ਕਲਾਸੀਫਾਈ ਕਰਤਾ। ਸੋ ਇਸ ਚੀਜ਼ ਤੋਂ ਬਚਣ ਲਈ ਬ੍ਰਾਹਮਣਿਜ਼ਮ ਨੇ ਆਪਣੇ ਆਪ 'ਚ ਜਨਮ ਲਿਆ ਤੇ ਅਕੋਰਡਿੰਗਲੀ ਉਹ ਇਹ ਦੇਖਦੇ ਹੈ ਕਿ ਸੋਸ਼ਲ ਕਲਾਸੀਫਿਕੇਸ਼ਨ ਜਾਂ ਸੋਸ਼ਲ ਸਟ੍ਰੈਟੀਫਿਕੇਸ਼ਨ ਸੋਸਾਇਟੀ ਵਿੱਚ ਐਗਜ਼ਿਸਟ ਨਹੀਂ ਕਰਨੀ ਚਾਹੀਦੀ, ਜਦਕਿ
ਹਰ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਸ਼ੂਦਰ ਦਾ ਬੱਚਾ ਹੈ ਅੱਗੇ ਉਹ ਵੀ ਸ਼ੂਦਰ, ਜਿਹੜਾ ਉਹਦਾ ਫਾਦਰ ਨੇ ਕੰਮ ਕੀਤਾ ਉਹੀ ਕੰਮ ਕਰੂਗਾ। ਸ਼ੂਦਰ ਦਾ ਬੱਚਾ ਵੀ ਅੱਗੇ ਉਹਨੇ ਬ੍ਰਾਹਮਣ ਬਣਨਾ, ਉਹ ਵੀ ਬਣ ਸਕਦਾ ਹੈ। ਉਹਨੇ ਰਿਗਵੇਦ ਪੜ੍ਹਨੇ ਜਾਂ ਹੋਰ ਅਕੋਰਡਿੰਗਲੀ ਟ੍ਰੈਡੀਸ਼ਨਲ ਟੈਕਸਟ ਪੜ੍ਹਨੇ, ਉਹ ਵੀ ਪੜ੍ਹ ਸਕਦਾ ਹੈ। ਉਹ ਜਨੇਊ ਵੀ ਪਾ ਸਕਦਾ ਹੈ। ਸੋ ਅਕੋਰਡਿੰਗਲੀ ਜੇ ਇੱਕ ਆਪਾਂ ਦੇਖਦੇ ਹਾਂ ਕਿ ਬ੍ਰਾਹਮਣਿਜ਼ਮ ਨਾਲ ਸੰਸਕ੍ਰਿਤ ਦੀ ਸੁਪਰੀਮੇਸੀ ਬਹੁਤ ਜੁੜੀ ਹੈ, ਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਸ਼ੂਦਰਾ ਸੀ ਜਾਂ ਅਕੋਰਡਿੰਗਲੀ ਉਹਨਾਂ ਨੂੰ ਸੋ ਕਾਲਡ ਲੋਅਰ ਕਾਸਟ ਕਿਹਾ ਜਾਂਦਾ ਸੀ ਕਿ ਉਹ ਬ੍ਰਾਹਮਣਿਕਲ ਟੈਕਸਟ ਨਹੀਂ ਪੜ੍ਹ ਸਕਦੇ। ਸੋ ਬੁੱਧਿਜ਼ਮ ਦਾ ਮੇਨ ਏਜੰਡਾ ਹੀ ਇਹ ਸੀ ਕਿ ਅਸੀਂ ਇਹ ਸੋਸ਼ਲ ਸਟ੍ਰੈਟੀਫਿਕੇਸ਼ਨ ਨੂੰ ਖਤਮ ਕਰਕੇ ਵਨਨੈਸ ਦੀ ਤਰਫ, ਜਿਵੇਂ ਆਪਾਂ ਸਿੱਖੀਜ਼ਮ ਦੀ ਗੱਲ ਕਰਦੇ ਹਾਂ ਤਾਂ ਯੂਨੀਵਰਸਲਿਜ਼ਮ ਵਨਨੈਸ ਦੀ ਤਰਫ ਜਾਣਾ ਹੈ। ਸੋ ਇਹਦਾ ਕਰੈਕਟ ਆਪਸ਼ਨ ਬਣਦਾ ਹੈ rigid enforcement of Brahminical orthodoxy by urban guilds। ਹੁਣ ਅਗਲਾ, ਗੁਰੂ ਨਾਨਕ ਦੇਵ ਜੀ undertook 4 extensive missionary journeys known as Udasis, during which Udasi did he travel westward to Makkah, Medina and Baghdad। ਜਦੋਂ ਆਪਾਂ ਉਦਾਸੀਆਂ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਨੇ 4 ਉਦਾਸੀਆਂ ਕੀਤੀਆਂ, ਜੋ ਕਿ ਆਪਾਂ ਸਟੈਟਿਕ 'ਚ ਬੜੀ ਕਲੀਅਰਲੀ ਪੜ੍ਹਦੇ ਹਾਂ। ਸੋ ਜੇ ਆਪਾਂ ਉਦਾਸੀਆਂ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਪਹਿਲੀ ਉਦਾਸੀ was eastwards, ਦੂਜੀ ਉਦਾਸੀ southwards, ਤੀਜੀ ਉਦਾਸੀ northwards ਤੇ ਚੌਥੀ ਉਦਾਸੀ westwards। ਸੋ ਅਕੋਰਡਿੰਗਲੀ ਇਹਦਾ ਕਰੈਕਟ ਆਂਸਰ ਬਣਦਾ ਹੈ ਡੀ, 4th ਉਦਾਸੀ। ਹਾਂਜੀ, ਅਗਲਾ ਕੁਐਸਚਨ, the ਸਰਬਤ ਖਾਲਸਾ ਗੈਦਰਿੰਗਸ were primarily used by the ਦਲ ਖਾਲਸਾ। ਤਾਂ ਜਦੋਂ ਆਪਾਂ ਦਲ ਖਾਲਸਾ ਦੀ ਗੱਲ ਕਰਦੇ ਹਾਂ, ਇਹ ਸਥਾਪਿਤ ਕਰਿਆ ਗਿਆ ਦੁਆਰਾ ਨਵਾਬ ਕਪੂਰ ਸਿੰਘ। ਤੇ ਸਰਬਤ ਖਾਲਸਾ ਇਕੱਠ ਮੁੱਖ ਤੌਰ ਤੇ ਕਿਸ ਉਦੇਸ਼ ਲਈ ਵਰਤੇ ਜਾਂਦੇ ਸਨ? ਪਹਿਲਾ ਆਪਸ਼ਨ, deliberate and formalize collective political decisions, military strategy and Sikh confederacy policy। B is standardize revenue assessment among agrarian villages। C is patronize court poets and promote Indo-Persian literary synthesis। D is settle theological disputes and standardize Sikh religious doctrine। ਸੋ ਇਹਦਾ ਕਰੈਕਟ ਆਂਸਰ ਬਣਦਾ ਹੈ ਏ। ਤਾਂ ਜਦੋਂ ਆਪਾਂ ਸਰਬਤ ਖਾਲਸਾ ਦੀ ਗੱਲ ਕਰਦੇ ਹਾਂ ਤੇ ਸਰਬਤ ਖਾਲਸਾ ਇੱਕ ਤਰ੍ਹਾਂ ਦੀ ਗੈਦਰਿੰਗ ਹੁੰਦੀ ਸੀ ਜਦੋਂ ਸਾਰੇ ਸਿੱਖ ਇਕੱਠੇ ਹੋ ਕੇ ਮਿਲਟਰੀ ਡਾਕਟਰੀਨਸ ਜਾਂ ਜੋ ਵੀ ਸਿੱਖ ਪੰਥ ਦੀ ਡਾਕਟਰੀਨਸ ਹੋਣੀਆਂ ਚਾਹੀਦੀਆਂ ਸੀ, ਪਾਲਿਸੀਜ਼ ਹੋਣੀਆਂ ਚਾਹੀਦੀਆਂ ਸੀ, ਉਹਨਾਂ ਨੂੰ ਪੱਕਾ ਕਰਦੇ ਸੀ। ਤੇ ਇਹਨੂੰ ਪੱਕਾ ਕਰਨ ਦਾ ਤਰੀਕਾ ਜਦੋਂ ਆਪਾਂ ਦੇਖਦੇ ਹਾਂ ਤਾਂ ਗੁਰਮਤਾ ਇਸ਼ੂ ਕੀਤਾ ਜਾਂਦਾ ਸੀ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਰੈਜ਼ੋਲਿਊਸ਼ਨ, ਜੋ ਕਿ ਸਿੱਖ ਕੌਮ ਤੇ ਬਾਈਂਡਿੰਗ ਸੀ, ਯਾਨੀ ਕਿ ਉਹ ਫਿਕਸ ਆਰਡਰ ਸੀਗਾ, ਉਹ ਮੰਨਣਾ ਹੀ ਮੰਨਣਾ ਹੈ। ਸੋ ਅਕੋਰਡਿੰਗਲੀ ਆਪਾਂ ਦੇਖਦੇ ਹਾਂ ਕਰੈਕਟ ਆਪਸ਼ਨ ਹੈ ਡੈਲੀਬਰੇਟ ਐਂਡ ਫਾਰਮਲਾਈਜ਼ ਕਲੈਕਟਿਵ ਪੋਲੀਟੀਕਲ ਡਿਸੀਜਨਸ, ਮਿਲਟਰੀ ਸਟ੍ਰੈਟਜੀ ਐਂਡ ਸਿੱਖ ਕਨਫੈਡਰੇਸੀ ਪਾਲਿਸੀ। Who gave the slogan ਪਗੜੀ ਸੰਭਾਲ ਜੱਟਾ? ਪਗੜੀ ਸੰਭਾਲ ਜੱਟਾ ਦਾ ਨਾਰਾ ਕਿਸਨੇ ਦਿੱਤਾ? ਆਪਸ਼ਨ ਏ, ਅਜੀਤ ਸਿੰਘ ਐਜ਼ ਪਾਰਟ ਆਫ ਦੀ ਐਂਟੀ ਕਲੋਨਾਈਜੇਸ਼ਨ ਐਕਟ, peasant mobilization in 1907। ਅਜੀਤ ਸਿੰਘ ਨੇ 1907 ਵਿੱਚ ਕਲੋਨਲਾਈਜੇਸ਼ਨ ਐਕਟ ਵਿਰੋਧੀ ਕਿਸਾਨ ਲਾਮਬੰਦੀ ਵਜੋਂ। ਆਪਸ਼ਨ ਬੀ, ਲਾਲਾ ਲਾਜਪਤ ਰਾਏ ਡਿਊਰਿੰਗ ਹਿਸ ਪੋਲੀਟੀਕਲ ਕੈਂਪੇਨਿੰਗ ਅਗੇਂਸਟ ਕਲੋਨੀਅਲ ਐਗਰੇਰੀਅਨ ਲਾਜ਼। ਲਾਲਾ ਲਾਜਪਤ ਰਾਏ ਨੇ ਬਸਤੀਵਾਦੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਮੁਹਿੰਮ ਦੌਰਾਨ। ਸੀ, ਸੁਖਦੇਵ ਵਾਈਲ ਆਰਗੇਨਾਈਜ਼ਿੰਗ ਲਾਹੌਰ ਸਟੂਡੈਂਟ ਰੈਜ਼ਿਸਟੈਂਸ। ਸੁਖਦੇਵ ਨੇ ਲਾਹੌਰ ਵਿਦਿਆਰਥੀ ਵਿਰੁੱਧ ਨੂੰ ਸੰਗਠਿਤ ਕਰਦਿਆਂ ਹੋਇਆ। ਆਪਸ਼ਨ ਡੀ, ਭਗਤ ਸਿੰਘ ਨੌਜਵਾਨ ਭਾਰਤ ਸਭਾ ਰਾਈਟਿੰਗਸ ਇਨ ਪ੍ਰਿਜ਼ਨ। ਭਗਤ ਸਿੰਘ ਨੇ ਜੇਲ੍ਹ ਵਿੱਚ ਨੌਜਵਾਨ ਭਾਰਤ ਸਭਾ ਦੀਆਂ ਲਿਖਤਾਂ ਦੌਰਾਨ। ਸੋ ਕਰੈਕਟ ਆਂਸਰ ਇਹਦਾ ਹੈ ਅਜੀਤ ਸਿੰਘ। ਜਦੋਂ ਆਪਾਂ ਪਗੜੀ ਸੰਭਾਲ ਜੱਟਾਂ ਦੀ ਗੱਲ ਕਰਦੇ ਹਾਂ, ਇੱਕ ਫੈਕਚੁਅਲ ਪੁਆਇੰਟ ਆਪਾਂ ਇਹ ਵੀ ਪੜ੍ਹਦੇ ਹਾਂ ਕਿ ਪਗੜੀ ਸੰਭਾਲ ਜੱਟਾ ਐਜ਼ ਅ ਪੋਇਮ ਕਿਹਨੇ ਲਿਖੀ? ਸੋ ਐਜ਼ ਅ ਪੋਇਮ ਇਹ ਲਿਖੀ ਗਈ ਹੈ ਬੰਕੇ ਦਇਆਲ ਦੁਆਰਾ। ਬਟ ਕੁਐਸਚਨ ਨੂੰ ਧਿਆਨ ਨਾਲ ਪੜ੍ਹੋ, ਉਰੇ ਲਿਖਿਆ ਹੋਇਆ ਹੂ ਗੇਵ ਦ ਸਲੋਗਨ, ਕਿ ਇਹ ਸਲੋਗਨ ਵੀ ਇਹ ਨਾਰਾ ਕਿਹਦੇ ਵਜੋਂ ਦਿੱਤਾ ਗਿਆ? ਸੋ ਇਹਦਾ ਕਰੈਕਟ ਆਪਸ਼ਨ ਹੈਗਾ ਅਜੀਤ ਸਿੰਘ। ਠੀਕ ਹੈ। Next, the Kamagata Maru incident of 1914 reflected
Option A, expansion of British agrarian settlement policies in colonial Punjab. Option B, institutionalized racial exclusion laws in Canada restricting entry of Indian migrants. Option C, Sikh reformist group negotiations over temple management rights. And option D, organized peasant revolts against canal colony taxation. So ਇਹਦਾ correct answer ਬਣਦਾ ਹੈ option B, institutionalized racial exclusion laws in Canada restricting entry of Indian migrants. So ਕਾਮਾਗਾਟਾ ਮਾਰੂ ਸਰਦਾਰ ਗੁਰਦਿੱਤ ਸਿੰਘ ਦੇ ਰਿਲੇਟਡ ਆਪਾਂ ਪੜ੍ਹਦੇ ਹਾਂ ਕਿ ਉਹਨਾਂ ਨੇ ਇੱਕ ਜੈਪਨੀਜ਼ ਸਟੀਮਸ਼ਿਪ ਹਾਇਰ ਕੀਤੀ ਹਾਂਗਕਾਂਗ ਟੂ ਵੈਨਕੂਵਰ ਤੱਕ, ਜਿਹਦੇ ਵਿੱਚ ਸਿੱਖ ਤੇ ਹਿੰਦੂ ਭਰਾ ਟਰੈਵਲ ਕਰ ਰਹੇ ਸੀ ਫਰੋਮ ਹਾਂਗਕਾਂਗ ਟੂ ਵੈਨਕੂਵਰ, ਪਰ ਉਹਨਾਂ ਨੂੰ ਵੈਨਕੂਵਰ ਪੋਰਟ ਤੇ ਉਤਰਨ ਦੀ ਪਰਮਿਸ਼ਨ ਨਹੀਂ ਮਿਲੀ। ਉਹਦੇ ਚੱਲਦੇ ਬਹੁਤ ਹੀ ਵੱਡਾ ਇੱਕ ਉਹਨਾਂ 'ਚ ਮੁਕਾਬਲਾ ਦੇਖਿਆ ਗਿਆ ਬ੍ਰਿਟਿਸ਼ਰਸ ਤੇ ਸਿੱਖਾਂ 'ਚ। ਸੋ ਤੇ ਉਹਦੇ 'ਚ ਕੁਛ ਸ਼ਹੀਦ ਵੀ ਹੋਏ। ਸੋ ਇਹਦੇ ਚੱਲਦੇ ਜਿਹੜਾ ਆਪਸ਼ਨ ਬੀ ਹੈ ਉਹ ਕਰੈਕਟ ਆਨਸਰ ਹੈ, ਇੰਸਟੀਟਿਊਸ਼ਨਲਾਈਜ਼ਡ ਰੇਸ਼ੀਅਲ ਐਕਸਕਲੂਜਨ ਲਾਜ਼ ਇਨ ਕੈਨੇਡਾ ਰਿਸਟ੍ਰਿਕਟਿੰਗ ਐਂਟਰੀ ਆਫ ਇੰਡੀਅਨ ਮਾਈਗ੍ਰੈਂਟਸ। ਹਾਂਜੀ, the Ghadar movement differed fundamentally from the earlier Swadeshi movement in that it ਹੁਣ ਜਦੋਂ ਆਪਾਂ ਸਵਦੇਸ਼ੀ ਮੂਵਮੈਂਟ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਆਪਾਂ ਮਾਡਰਨ ਹਿਸਟਰੀ ਦਾ ਕਨਸੈਪਟ ਦੇ ਵਜੋਂ ਪੜ੍ਹਦੇ ਹਾਂ। ਤੇ ਸਵਦੇਸ਼ੀ ਮੂਵਮੈਂਟ ਦੇਖਿਆ ਜਾਂਦਾ ਹੈ ਪਾਰਟੀਸ਼ਨ ਆਫ ਬੰਗਾਲ 1905 ਵਿੱਚ ਜੋ ਲਾਰਡ ਕਰਜ਼ਨ ਦੁਆਰਾ ਕਰੀ ਗਈ, ਉਹਨੂੰ ਚੈਲੰਜ ਕਰਨ ਦੇ ਆ ਉਹਦੇ ਅਗੇਂਸਟ ਸਵਦੇਸ਼ੀ ਮੂਵਮੈਂਟ ਚਲਾਇਆ ਗਿਆ। ਸੋ ਸਿਮਿਲਰਲੀ ਗਦਰ ਮੂਵਮੈਂਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਗਦਰ ਮੂਵਮੈਂਟ ਲਈ ਬੇਸਿਕਲੀ ਸੈਨ ਫਰਾਂਸਿਸਕੋ ਵਿੱਚ 1913 ਚ ਗਦਰ ਪਾਰਟੀ ਸੈਟਅਪ ਕਰੀ ਜਾਂਦੀ ਹੈ, ਜਿਹਦਾ ਮੇਨ ਮੋਟੋ ਉਹਨਾਂ ਨੇ ਹੁਣ ਕੁਐਸਚਨ ਹੀ ਇਹਦੇ ਤੇ ਪੁੱਛਿਆ। ਉਹਨਾਂ ਨੇ ਪਹਿਲਾਂ ਉਹ ਪੁੱਛਦੇ ਸੀਗੇ ਕਿ ਹੂ ਇਜ਼ ਦੀ ਜਨਰਲ ਸੈਕਟਰੀ ਆਫ ਗਦਰ ਮੂਵਮੈਂਟ ਜਾਂ ਗਦਰ ਪਾਰਟੀ, ਹੂ ਇਜ਼ ਦ ਪ੍ਰੈਜ਼ੀਡੈਂਟ ਆਫ ਗਦਰ ਪਾਰਟੀ। ਹੁਣ ਅਕੋਰਡਿੰਗਲੀ ਤੁਸੀਂ ਧਿਆਨ ਦਿਓ, ਉਹਨਾਂ ਨੇ ਪੁੱਛਿਆ ਜਿਹੜਾ ਗਦਰ ਮੂਵਮੈਂਟ ਸੀ ਉਹਦੇ ਪਿੱਛੇ ਜਿਹੜਾ ਬੈਕਗਰਾਊਂਡ ਹੈ ਆ ਰੀਜ਼ਨ ਹੈ ਉਹ ਕੀ ਸੀ। ਸੋ ਅਕੋਰਡਿੰਗਲੀ ਇਹਦੇ ਵਿੱਚ ਜਦੋਂ ਆਪਾਂ ਆਨਸਰ ਦੇਖਾਂਗੇ option B, it was organized primarily by diaspora Indians abroad and explicitly aimed at armed overthrow of British rule. Next question, during the Quit India movement 1942 Punjab's political response was largely characterized by, ਇਹਦਾ correct option ਹੈਗਾ B, limited mass participation due to strong repression and political fragmentation. ਜਦੋਂ ਆਪਾਂ ਦੇਖਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉੱਥੇ ਯੂਨੀਅਨ ਪਾਰਟੀ ਦਾ ਕਾਫੀ ਰੂਲ ਰਿਹਾ ਹੈ ਪੰਜਾਬ 'ਚ ਜਦੋਂ ਆਪਾਂ ਕਲੋਨੀਅਲ ਪੀਰੀਅਡ ਦੀ ਗੱਲ ਕਰਦੇ ਹਾਂ, ਐਂਡ ਅਕੋਰਡਿੰਗਲੀ ਮੁਸਲਿਮ ਲੀਗ ਤੇ ਕਮਿਊਨਿਸਟ ਪਾਰਟੀ ਦਾ ਵੀ ਕਾਫੀ ਇਨਫਲੂਐਂਸ ਰਿਹਾ ਹੈ। ਸੋ ਉਸ ਕੇਸ 'ਚ ਆਪਾਂ ਦੇਖਦੇ ਹਾਂ ਕਿ ਉਹਨਾਂ ਤਿੰਨ ਪਾਰਟੀਜ਼ ਦੇ ਇਨਫਲੂਐਂਸ ਕਰਕੇ ਜੋ ਕਿ ਕਾਂਗਰਸ ਤੋਂ ਅਗੇਂਸਟ ਆਪਣਾ ਸਟੈਂਡ ਰੱਖਦੀ ਸੀ ਮੋਸਟ ਆਫ ਦੀ ਇਸ਼ੂਜ਼, ਉਸ ਕਰਕੇ ਜਿਹੜਾ ਪੰਜਾਬ ਹੈ ਉਹਦੀ ਬਹੁਤ ਲਿਮਿਟਿਡ ਪਾਰਟੀਸਿਪੇਸ਼ਨ ਰਹੀ ਹੈ ਕੁਇਟ ਇੰਡੀਆ ਮੂਵਮੈਂਟ ਦੇ। ਸੋ ਇਸ ਕਰਕੇ ਇਹਦਾ ਕਰੈਕਟ ਆਪਸ਼ਨ ਬਣ ਜਾਂਦਾ ਹੈ B. ਸੋ ਥੈਂਕ ਯੂ, ਦਿਸ ਇਜ਼ ਇਟ ਫॉर ਟੁਡੇ ਫॉर ਪੰਜਾਬ GK।